हेलो डियर स्टूडेंट्स, हाउ आर यू। ਅੱਜ ਅਸੀਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਆਪਟੋ ਇਲੈਕਟ੍ਰੋਨਿਕ ਜੰਕਸ਼ਨ ਡਿਵਾਈਸਿਸ। ਆਪਟੋ ਵਰਡ ਸਮਝ ਆ ਰਿਹਾ ਹੈ। ਆਪਟੋ ਆਪਟਿਕਸ ਦੇ ਵਿੱਚ ਅਸੀਂ ਕਰਦੇ ਸੀ ਵਰਡ ਯੂਜ਼। ਆਪਟਿਕਸ ਮਤਲਬ ਲਾਈਟ ਨਾਲ ਰਿਲੇਟਡ ਹੈ, ਠੀਕ ਹੈ। ਤਾਂ ਅਸੀਂ ਕੁਝ ਇੱਥੇ ਡਾਇਓਡਸ ਡਿਸਕਸ ਕਰ ਰਹੇ ਹਾਂ ਜਿੰਦੇ ਵਿੱਚ ਲਾਈਟ ਦਾ ਕੋਈ ਨਾ ਕੋਈ ਰੋਲ ਹੈ ਕਿ ਸੈਮੀਕੰਡਕਟਰ ਡਾਇਓਡਸ ਇਨ ਵਿੱਚ कैरियर्स आर जनरेटेड बाय फोटोन। लाइट ਦੇ ਨਾਲ ਉਹਦੇ ਵਿੱਚ ਚਾਰਜ ਕੈਰੀਅਰਸ ਪ੍ਰੋਡਿਊਸ ਹੋ ਰਹੇ ਹੈ। ਤਾਂ ਇਸ ਤਰ੍ਹਾਂ ਦੇ ਡਿਵਾਈਸਿਸ ਨੂੰ ਅਸੀਂ ਕੀ ਕਹਿੰਦੇ ਆ, ਥੀਸ ਡਿਵਾਈਸਿਸ ਆਰ ਕਾਲਡ ਆਪਟੋ ਇਲੈਕਟ੍ਰੋਨਿਕ ਡਿਵਾਈਸਿਸ। ਤਾਂ ਇਹ ਆਪਟੋ ਇਲੈਕਟ੍ਰੋਨਿਕ ਡਿਵਾਈਸਿਸ ਦੀ ਡੈਫੀਨੇਸ਼ਨ ਹੈ। ਇਹਦੇ ਵਿੱਚ ਅਸੀਂ ਕੀ ਸਟੱਡੀ ਕਰਨਾ ਹੈ ਜੀ। ਨੰਬਰ 1 ਫੋਟੋ ਡਾਇਓਡਸ, ਠੀਕ ਹੈ। ਦੂਸਰਾ ਲਾਈਟ ਐਮਿਟਿੰਗ ਡਾਇਓਡਸ ਤੇ ਤੀਸਰਾ ਫੋਟੋ ਵੋਲਟਾਇਕ ਡਿਵਾਈਸਿਸ ਜਾਂ ਜਿਨ੍ਹਾਂ ਨੂੰ ਸੋਲਰ ਸੈਲਸ ਅਸੀਂ ਕਹਿੰਦੇ ਹਾਂ ਜੀ। ਤਾਂ ਇਹ ਅਸੀਂ 1 ਬਾय 1 ਡਿਸਕਸ ਕਰਦੇ ਹਾਂ। ਤਾਂ ਆਪਟੋ ਇਲੈਕਟ੍ਰੋਨਿਕ ਡਿਵਾਈਸਿਸ ਕੀ ਹੈ ਕਿ ਜਿੰਦੇ ਵਿੱਚ ਲਾਈਟ ਯੂਜ਼ ਹੁੰਦੀ ਹੈ ਟੂ ਜਨਰੇਟ ਚਾਰਜ ਕੈਰੀਅਰਸ। ਲੈਟ ਅਸ ਸਟਾਰਟ ਵਿਦ ਫੋਟੋ ਡਾਇਓਡ। ਫੋਟੋ ਡਾਇਓਡ ਕੀ ਹੈ ਜੀ, ਅਗੇਨ ਮਤਲਬ ਇਸ ਨੂੰ ਅਸੀਂ ਸਪੈਸ਼ਲੀ ਡਿਜ਼ਾਈਨ ਕੀਤਾ ਹੈ। ਪੀਐਨ ਜੰਕਸ਼ਨ ਡਾਇਓਡ ਹੈ ਜੀ ਪਹਿਲਾਂ ਤਾਂ ਇਹ, ਠੀਕ ਹੈ। ਸਾਰੇ ਅਸੀਂ ਪੀਐਨ ਜੰਕਸ਼ਨ ਡਾਇਓਡ ਹੀ ਯੂਜ਼ ਕਰ ਰਹੇ ਹਾਂ, ਜਿਹੜਾ ਕਿ ਫੈਬਰੀਕੇਟ ਕੀਤਾ ਵਿਦ ਟਰਾਂਸਪੇਰੈਂਟ ਵਿੰਡੋ। ਇਹਦੇ ਵਿੱਚ ਇੱਕ ਟਰਾਂਸਪੇਰੈਂਟ ਵਿੰਡੋ ਹੈ, ਠੀਕ ਹੈ। ਜਿਸ ਤਰ੍ਹਾਂ ਕਿ ਦੇਖੋ ਇਹ ਤੁਹਾਨੂੰ ਦਿਖਾਈ ਦੇ ਰਹੀ ਹੈ ਟੌਪ ਤੇ, ਇੱਥੇ ਇੱਕ ਟਰਾਂਸਪੇਰੈਂਟ ਵਿੰਡੋ ਹੈ ਜਿਹਦੇ ਵਿੱਚੋਂ ਲਾਈਟ ਆਏਗੀ ਤੇ ਫਾਲ ਔਨ ਡਾਇਓਡ, ਤੇ ਡਾਇਓਡ ਦੇ ਉੱਪਰ ਫਾਲ ਕਰੇਗੀ, ਠੀਕ ਹੈ ਜੀ। ਤੇ ਇਹ ਡਾਇਓਡ ਜਿਹੜਾ ਰਿਵਰਸ ਬਾਇਸ ਦੇ ਵਿੱਚ ਯੂਜ਼ ਹੋਏਗਾ। ਇਟ ਇਜ਼ ਆਪਰੇਟਡ ਅੰਡਰ ਦਾ ਰਿਵਰਸ ਬਾਇਸ, ਠੀਕ ਹੈ। ਰਿਵਰਸ ਬਾਇਸ ਦੇ ਵਿੱਚ ਕੀ ਹੋਏਗਾ ਕਿ ਇਹਦੇ ਉੱਪਰ એનર્ਜੀ ਫਾਲ ਕਰੇਗੀ, ਠੀਕ ਹੈ। ਐਚ ਨਿਊ ਗ੍ਰੇਟਰ ਦੈਨ ਦਾ ਬੈਂਡ ਗੈਪ એનર્ਜੀ, ਜਿਹੜੀ ਕਿ ਕਿਉਂਕਿ ਹੁਣ ਜਿਹੜੀ ਡਿਪਲੀਸ਼ਨ ਲੇਅਰ ਹੁੰਦੀ ਹੈ ਉਹਦੇ ਵਿੱਚ ਚਾਰਜ ਕੈਰੀਅਰਸ ਡਿਪਲੀਟ ਹੋ ਜਾਂਦੇ ਆ, ਠੀਕ ਹੈ। ਤਾਂ ਉਹਦੇ ਵਿੱਚ ਇਲੈਕਟ੍ਰੋਨਸ ਤੇ ਹੋਲਸ ਨਹੀਂ ਹੁੰਦੇ। ਤਾਂ ਆਰਸੈਨਿਕ ਜੋ ਹੈ ਉਹ ਪੋਜ਼ਿਟਿਵ ਹੋ ਜਾਂਦਾ ਇਲੈਕਟ੍ਰੋਨ ਡੋਨੇਟ ਕਰਕੇ, ਤੇ ਜੇ ਇੰਡੀਅਮ ਪਾਇਆ ਤਾਂ ਅਸੀਂ ਪੀ ਸਾਈਡ ਦੇ ਵਿੱਚ ਉਹ ਨੈਗੇਟਿਵਲੀ ਚਾਰਜਡ ਆਇਨ ਬਣ ਜਾਂਦਾ ਹੈ। ਤਾਂ ਫਿਰ એનર્ਜੀ ਚਾਹੀਦੀ ਹੈ ਜੀ ਇਲੈਕਟ੍ਰੋਨ ਹੋਲ ਕ੍ਰੀਏਟ ਕਰਨ ਲਈ, ਠੀਕ ਹੈ। ਰਿਵਰਸ ਬਾਇਸ ਦੇ ਵਿੱਚ ਅਸੀਂ ਵੈਸੇ ਵੀ ਦੇਖਦੇ ਹਾਂ ਕਿ ਟੈਂਪਰੇਚਰ ਕਰਕੇ ਕ੍ਰੀਏਟ ਹੁੰਦਾ ਹੈ। ਤਾਂ ਜੋ ਲਾਈਟ ਪੈ ਰਹੀ ਹੈ ਉਹਦੇ ਕਰਕੇ ਮਿਨੋਰਿਟੀ ਕੈਰੀਅਰਸ ਪ੍ਰੋਡਿਊਸ ਹੁੰਦੇ ਆ, ਠੀਕ ਹੈ। ਤਾਂ ਲਾਈਟ ਕਰਕੇ ਕੀ ਹੁੰਦਾ ਹੈ ਜੀ, ਇਲੈਕਟ੍ਰੋਨ ਹੋਲ ਪੇਅਰਸ ਆਰ ਕ੍ਰੀਏਟਡ, ਠੀਕ ਹੈ। ਤਾਂ ਜਿਹੜੇ ਉਹ ਲਾਈਟ ਅਬਜ਼ੌਰਬ ਕਰਦੇ ਆ ਇਨ ਦਾ ਫਾਰਮ ਆਫ ਫੋਟੋਨਸ, ਤਾਂ ਉਹਦੇ ਕਰਕੇ ਇਲੈਕਟ੍ਰੋਨ ਹੋਲ ਪੇਅਰਸ ਜਿਹੜੇ ਆ ਉਹ ਕ੍ਰੀਏਟ ਹੋ ਰਹੇ ਆ, ਠੀਕ ਹੈ। ਤਾਂ ਉਹਦੇ ਵਿੱਚ ਫਿਰ ਇਲੈਕਟ੍ਰਿਕ ਫੀਲਡ ਤਾਂ ਆਲਰੇਡੀ ਹੈਗਾ, ਠੀਕ ਹੈ। ਮਤਲਬ ਪੀ ਵਾਲੀ ਸਾਈਡ ਤੇ ਕੀ ਹੁੰਦਾ ਨੈਗੇਟਿਵ, ਐਨ ਵਾਲੀ ਸਾਈਡ ਤੇ ਕੀ ਹੁੰਦਾ ਪੋਜ਼ਿਟਿਵ, ਤੇ ਉਹੀ ਅਸੀਂ ਰਿਵਰਸ ਬਾਇਸ ਕੀਤਾ ਜੋ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ, ਠੀਕ ਹੈ। ਤਾਂ ਉਹਨਾਂ ਕਰਕੇ ਉਹ ਜਿਹੜੇ ਚਾਰਜ ਕੈਰੀਅਰਸ ਹੈ ਉਹ ਮੂਵ ਕਰਦੇ ਆ। ਚਾਰਜ ਕੈਰੀਅਰਸ ਮੂਵ ਕਰਦੇ ਆ ਤਾਂ ਐਕਸਟਰਨਲ ਸਰਕਟ ਦੇ ਵਿੱਚ ਕਰੰਟ ਫਲੋ ਕਰਦਾ, ਠੀਕ ਹੈ। ਬਟ ਕਿਉਂਕਿ ਇਹ ਮਿਨੋਰਿਟੀ ਕੈਰੀਅਰਸ ਕਰਕੇ ਕਰੰਟ ਹੈ ਤਾਂ ਇਹ ਕਰੰਟ ਜਿਹੜਾ ਬਹੁਤ ਲੋ ਕਰੰਟ ਹੋਏਗਾ, ਠੀਕ ਹੈ ਜੀ। ਹੁਣ ਇੱਥੇ ਗ੍ਰਾਫ ਨੂੰ ਸਮਝੋ ਜੀ। ਇੱਥੇ ਗ੍ਰਾਫ ਦੇ ਵਿੱਚ 4 ਲਾਈਨਾਂ ਕਿਉਂ ਸ਼ੋ ਕੀਤੀਆਂ ਜੀ। ਦੇਖੋ ਜਿਵੇਂ ਜਿਵੇਂ ਲਾਈਟ ਦੀ ਇੰਟੈਂਸਿਟੀ ਵੱਧ ਰਹੀ ਹੈ, ਇੱਥੇ I1 I2 I3 I4 ਹੈ। ਜਿਵੇਂ ਜਿਵੇਂ ਲਾਈਟ ਦੀ ਇੰਟੈਂਸਿਟੀ ਵੱਧ ਰਹੀ ਹੈ ਤਾਂ ਕਰੰਟ ਇਨਕਰੀਜ਼ ਹੋ ਰਿਹਾ, ਪਹਿਲਾਂ ਵਾਲੇ ਕਰੰਟ ਨਾਲੋਂ ਜ਼ਿਆਦਾ ਹੈ। ਮਤਲਬ ਕਰੰਟ ਜੋ ਅਮਾਊਂਟ ਦੇ ਵਿੱਚ ਅਸੀਂ ਅਲੱਗ ਇੰਟੈਂਸਿਟੀ ਲਵਾਂਗੇ ਤਾਂ ਜੋ ਸੈਚੂਰੇਟਡ ਕਰੰਟ ਹੈ ਉਹ ਡਿਫਰੈਂਟ ਹੋਏਗਾ, ਠੀਕ ਹੈ। ਹਰੇਕ ਕਰੰਟ ਦੇ ਵਿੱਚ ਸੈਚੂਰੇਸ਼ਨ ਸ਼ੋ ਕੀਤੀ ਗਈ ਹੈ, ਪਹਿਲਾਂ ਵੱਧਦਾ ਫਿਰ ਕੌਨਸਟੈਂਟ ਰਹਿੰਦਾ ਹੈ, ਰਿਵਰਸ ਸੈਚੂਰੇਸ਼ਨ ਕਰੰਟ, ਠੀਕ ਹੈ। ਬ੍ਰੇਕਡਾਊਨ ਰੀਜਨ ਦੇ ਵਿੱਚ ਆਪਰੇਟ ਨਹੀਂ ਕਰਨਾ ਇਸ ਨੂੰ, ਠੀਕ ਹੈ। ਉਹ ਵਾਲੀ ਲਾਈਨ ਨਹੀਂ ਡਰਾ ਕਰਨੀ ਇਸ ਤਰ੍ਹਾਂ ਵਾਲੀ, ਅਸੀਂ ਇਸ ਨੂੰ ਇਸ ਰੀਜਨ ਦੇ ਵਿੱਚ ਹੀ ਆਪਰੇਟ ਕਰਨਾ ਵਿਦਆਊਟ ਬ੍ਰੇਕਡਾਊਨ। ਤਾਂ ਜਿੰਨੀ ਅਸੀਂ ਇੰਟੈਂਸਿਟੀ ਇਨਕਰੀਜ਼ ਕਰਦੇ ਹਾਂ ਜੀ ਉਨਾ ਕੀ ਹੁੰਦਾ ਇਹਦੇ ਵਿੱਚ ਕਰੰਟ ਇਨਕਰੀਜ਼ ਹੁੰਦਾ ਹੈ। ਤਾਂ ਇਟ ਇਜ਼ ਈਜ਼ੀਅਰ ਟੂ ਓਬਜ਼ਰਵ ਦਾ ਚੇਂਜ ਇਨ ਕਰੰਟ ਵਿਦ ਚੇਂਜ ਇਨ ਲਾਈਟ ਇੰਟੈਂਸਿਟੀ, ਠੀਕ ਹੈ। ਤੇ ਜੇ ਲਾਈਟ ਨਹੀਂ ਪੈ ਰਹੀ ਇਹਦੇ ਤੇ ਤਾਂ ਫਿਰ ਵੀ ਟੈਂਪਰੇਚਰ ਕਰਕੇ ਕੁਛ ਤਾਂ ਕਰੰਟ ਫਲੋ ਕਰੇਗਾ ਨਾ। ਤੇ ਜੇ ਲਾਈਟ ਨਹੀਂ ਪੈ ਰਹੀ ਵਿਦਆਊਟ ਲਾਈਟ ਜੋ ਕਰੰਟ ਫਲੋ ਕਰਦਾ ਇਸ ਦੇ ਵਿੱਚ ਰਿਵਰਸ ਬਾਇਸ ਦੇ ਵਿੱਚ ਉਸ ਨੂੰ ਕਹਿੰਦੇ ਡਾਰਕ ਕਰੰਟ, ਠੀਕ ਹੈ। ਤਾਂ ਡਾਰਕ ਕਰੰਟ ਯਾਦ ਰੱਖਿਆ ਜੇ ਕਿ ਵਿਦਆਊਟ ਲਾਈਟ ਜੋ ਕਰੰਟ ਇਹਦੇ ਵਿੱਚ ਮਤਲਬ ਲਾਈਟ ਨਹੀਂ ਪੈ ਰਹੀ ਜੀ, ਤਾਂ ਵਿਦਆਊਟ ਲਾਈਟ ਜੋ ਰਿਵਰਸ ਬਾਇਸ ਦੇ ਵਿੱਚ ਕਰੰਟ ਫਲੋ ਕਰ ਰਿਹਾ ਉਸ ਨੂੰ ਕਹਿੰਦੇ ਆ ਡਾਰਕ ਕਰੰਟ। ਸਮਝ ਲੱਗ ਗਈ। ਤੇ ਫੋਟੋ ਡਾਇਓਡ ਹੈ। ਫੋਟੋ ਡਾਇਓਡ ਦਾ ਇੱਕ ਸਿੰਬਲ ਵੀ ਹੈ ਜੀ, ਇਹ ਦੇਖੋ ਇਸ ਤਰੀਕੇ ਨਾਲ ਅਸੀਂ ਡਰਾ ਕਰ ਸਕਦੇ ਹਾਂ ਕਿ ਟ੍ਰਾਇੰਗਲ, ਠੀਕ ਹੈ। ਲਾਈਨ ਇਹ ਨਾਰਮਲ ਪੀਐਨ ਜੰਕਸ਼ਨ ਡਾਇਓਡ ਹੈ। ਜੇ ਅਸੀਂ ਇਹਦੇ ਉੱਪਰ ਲਾਈਟ ਫਾਲ ਸ਼ੋ ਕਰ ਦਿੰਦੇ ਹਾਂ ਕਿ ਲਾਈਟ ਪੈ ਰਹੀ ਹੈ ਜੀ, ਤਾਂ ਇਹ ਆਪਣੇ ਕੋਲ ਸਿੰਬਲ ਬਣ ਜਾਂਦਾ ਹੈ ਫੋਟੋ ਡਾਇਓਡ ਦਾ। ਜਿਵੇਂ ਅਸੀਂ ਇੱਥੇ ਵੀ ਲਾਈਟ ਸ਼ੋ ਕਰ ਰਹੇ ਹਾਂ ਕਿ ਇਹਦੇ ਉੱਪਰ ਲਾਈਟ ਪੈ ਰਹੀ ਹੈ, ਤਾਂ ਇਹ ਫੋਟੋ ਡਾਇਓਡ ਦਾ ਸਿੰਬਲ ਹੈ। ਤਾਂ ਨੈਕਸਟ ਡਿਵਾਈਸ ਸਾਡੇ ਲਈ ਜੋ ਬਹੁਤ ਇੰਪੋਰਟੈਂਟ ਹੈ ਜੀ, ਲਾਈਟ ਐਮਿਟਿੰਗ ਡਾਇਓਡ, LED ਇਸ ਨੂੰ ਸ਼ਾਰਟ ਦੇ ਵਿੱਚ ਕਹਿੰਦੇ ਆ ਜੀ।
ਤਾਂ ਇਹ ਵਰਡ ਤੁਸੀਂ ਬਹੁਤ ਜ਼ਿਆਦਾ ਅੱਜ ਕੱਲ੍ਹ ਸੁਣਦੇ ਵੀ ਹੋਵੋਗੇ। ਘਰਾਂ ਦੇ ਵਿੱਚ LED ਬਲਬ ਲੱਗ ਰਹੇ ਹੈ, ਠੀਕ ਹੈ, LED TV ਆ ਰਹੇ ਹੈ। ਪਹਿਲਾਂ LEDs ਦਾ ਯੂਜ਼ ਬਹੁਤ ਘੱਟ ਹੁੰਦਾ ਸੀ, ਠੀਕ ਹੈ, ਕਿਤੇ ਨਾ ਕਿਤੇ ਇੰਡੀਕੇਟਰ ਹੁੰਦਾ ਸੀ, ਤੁਸੀਂ ਦੇਖੋ ਟੋਇਜ਼ ਦੇ ਉੱਪਰ ਜਾਂ ਰਿਮੋਟ ਕੰਟਰੋਲ ਦੇ ਉੱਪਰ, ਠੀਕ ਹੈ, ਜਿਹਦੇ ਵਿੱਚੋਂ ਲਾਈਟ ਨਿਕਲਦੀ ਹੈ ਤਾਂ ਉੱਥੇ LEDs ਯੂਜ਼ ਕੀਤੇ ਜਾਂਦੇ ਸੀ। ਬਟ ਅੱਜ ਕੱਲ੍ਹ LEDs ਨੂੰ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਇਲੈਕਟ੍ਰਿਕ ਬਲਬ ਜਿਹੜੇ ਹੈ ਉਹ LED ਆ ਰਹੇ ਹੈ, ਠੀਕ ਹੈ, ਹੈਡ ਲੈਂਪ LED ਆ ਰਹੇ ਹੈ, ਜੋ ਬਾਈਕਸ ਹੈ, ਕਾਰਸ ਹੈ। ਅਸੀਂ ਫੈਸਟੀਵਲਸ 'ਤੇ ਦੀਵਾਲੀ ਵਗੈਰਾ 'ਤੇ ਜੋ LED ਲੈਂਪਸ ਯੂਜ਼ ਕਰਦੇ ਹਾਂ, ਠੀਕ ਹੈ, LED ਟਿਊਬਸ ਆ ਰਹੀਆਂ ਆਪਣੇ ਕੋਲ, ਰੋਡ ਆ ਰਹੀਆਂ। ਤਾਂ LEDs ਦਾ ਯੂਜ਼ ਬਹੁਤ ਜ਼ਿਆਦਾ ਹੈ ਜੀ। LED ਸਕਰੀਨਸ ਆ ਰਹੀਆਂ, ਜਿਸ ਤਰ੍ਹਾਂ ਕਿ ਮੋਨੀਟਰ ਹੈ ਜਾਂ TV ਹੈ। ਤਾਂ LED ਕੀ ਹੁੰਦਾ ਹੈ ਜੀ? ਸਭ ਤੋਂ ਪਹਿਲਾਂ ਤਾਂ ਅਸੀਂ ਸਮਝਣਾ ਇੱਥੇ ਕਿ ਵੀ PN ਜੰਕਸ਼ਨ ਡਾਇਓਡ ਹੈ। ਪਹਿਲਾਂ ਤਾਂ ਕੀ ਡਿਫਰੈਂਸ ਹੈ ਕਿ ਹੈਵੀਲੀ ਡੋਪਡ ਹੈ, ਠੀਕ ਹੈ। ਹੁਣ ਤੁਸੀਂ ਕਹੋਗੇ ਜੀ ਜ਼ੀਨਰ ਡਾਇਓਡ ਵੀ ਹੈਵੀਲੀ ਡੋਪਡ ਸੀ, ਬਟ ਉਹਨੂੰ ਅਸੀਂ ਯੂਜ਼ ਕਰ ਰਹੇ ਸੀਗੇ ਰਿਵਰਸ ਬਾਇਸ ਦੇ ਵਿੱਚ। ਇਹਨੂੰ ਅਸੀਂ ਯੂਜ਼ ਕਰਨਾ ਹੈ ਅੰਡਰ ਫਾਰਵਰਡ ਬਾਇਸ। ਕਿਸ ਨੂੰ? ਫਾਰਵਰਡ ਬਾਇਸ ਦੇ ਵਿੱਚ ਯੂਜ਼ ਕਰ ਰਹੇ ਹਾਂ। ਤਾਂ ਕੁਛ ਮਟੀਰੀਅਲ ਦਾ ਫਰਕ ਹੈ ਜੀ ਕਿ ਇਸ ਦੇ ਵਿੱਚ ਅਸੀਂ ਮਟੀਰੀਅਲ ਸਪੈਸ਼ਲ ਚੂਜ਼ ਕਰਦੇ ਹਾਂ ਜਿਹੜਾ ਕਿ ਰੇਡੀਏਸ਼ਨ ਐਮਿਟ ਕਰਦਾ ਹੈ, ਠੀਕ ਹੈ। ਮਤਲਬ ਇਹ ਇੱਕ ਹੈਵੀਲੀ ਡੋਪਡ PN ਜੰਕਸ਼ਨ ਡਾਇਓਡ ਹੈ ਜਿਹਨੂੰ ਕਿ ਅਸੀਂ ਫਾਰਵਰਡ ਬਾਇਸ ਦੇ ਵਿੱਚ ਯੂਜ਼ ਕਰਦੇ ਹਾਂ, ਜਿਹੜਾ ਕਿ ਰੇਡੀਏਸ਼ਨ ਐਮਿਟ ਕਰਦਾ ਹੈ, ਠੀਕ ਹੈ। ਰੇਡੀਏਸ਼ਨ ਐਮਿਟ ਕਰਨ ਲਈ ਫਿਰ ਕੀ ਕਰਨਾ ਪਏਗਾ? ਦ ਡਾਇਓਡ ਇਜ਼ ਇਨਕੈਪਸੂਲੇਟਡ ਵਿਦ ਟਰਾਂਸਪੇਰੈਂਟ ਕਵਰ। ਇਹਦੇ ਵਿੱਚ ਵੀ ਫੋਟੋ ਡਾਇਓਡ ਦੀ ਤਰ੍ਹਾਂ ਇੱਕ ਟਰਾਂਸਪੇਰੈਂਟ ਕਵਰ ਹੋਏਗਾ ਜਿਹਦੇ ਵਿੱਚੋਂ ਲਾਈਟ ਬਾਹਰ ਆ ਸਕੇ। ਦੇਖੋ ਉਹਦੇ ਵਿੱਚ ਉੱਪਰ ਅਸੀਂ ਲਾਈਟ ਫਾਲ ਕਰਵਾਉਂਦੇ ਹਾਂ ਕਿ ਲਾਈਟ ਅੰਦਰ ਜਾਵੇ, ਉਹ ਚਾਰਜ ਕੈਰੀਅਰਸ ਪੈਦਾ ਕਰੇ, ਠੀਕ ਹੈ। ਇਹਦੇ ਵਿੱਚ ਫਾਰਵਰਡ ਬਾਇਸ ਹੈ ਤਾਂ ਫਾਰਵਰਡ ਬਾਇਸ ਦੇ ਵਿੱਚ ਤਾਂ ਚਾਰਜ ਕੈਰੀਅਰਸ ਵੈਸੇ ਹੀ ਮੂਵ ਕਰਦੇ ਆ, ਠੀਕ ਹੈ ਨਾ। ਤਾਂ ਜਦੋਂ ਉਹ ਆਪਸ ਦੇ ਵਿੱਚ ਮੀਟ ਕਰਦੇ ਆ, ਇਲੈਕਟ੍ਰੋਨ ਹੋਲ ਆਪਸ ਦੇ ਵਿੱਚ ਮੀਟ ਕਰੇਗਾ, ਤਾਂ ਉਦੋਂ ਇਹਦੇ ਵਿੱਚ એનર્ਜੀ ਜਿਹੜੀ ਹੈ ਉਹ ਕ੍ਰੀਏਟ ਹੋਏਗੀ। ਸਮਝ ਲੱਗੀ? ਤਾਂ ਜਦੋਂ ਡਾਇਓਡ ਫਾਰਵਰਡ ਬਾਇਸ ਹੁੰਦਾ ਹੈ ਤਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ ਸਾਰੀ ਫਾਰਵਰਡ ਬਾਇਸ ਦੀ ਵਰਕਿੰਗ। ਉਹ ਬਿਲਕੁਲ ਸੇਮ ਹੈ ਕਿ ਇਲੈਕਟ੍ਰੋਨਸ ਜਿਹੜੇ ਆ ਉਹ ਕਿਹੜੀ ਸਾਈਡ ਤੋਂ? N ਸਾਈਡ ਤੋਂ P ਸਾਈਡ 'ਤੇ ਜਾਂਦੇ ਆ, ਠੀਕ ਹੈ। ਅਤੇ ਹੋਲਸ ਕਿੱਧਰ ਜਾਂਦੇ ਆ ਜੀ? P ਸਾਈਡ ਤੋਂ N ਸਾਈਡ ਜਾਂਦੇ ਆ। ਤਾਂ ਇਹਦੇ ਵਿੱਚ ਇਲੈਕਟ੍ਰੋਨ ਅਤੇ ਹੋਲਸ ਜਿਹੜੀਆਂ ਉਹ ਇਨਕਰੀਜ਼ ਹੋ ਰਹੀਆਂ ਉਸ ਸਾਈਡ 'ਤੇ, ਜਿਹੜੀ ਦੂਸਰੀ ਸਾਈਡ 'ਤੇ ਪਹੁੰਚਦੀਆਂ, ਠੀਕ ਹੈ। ਤਾਂ ਫਾਰਵਰਡ ਬਾਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਹੋਲ ਇਸ ਸਾਈਡ 'ਤੇ ਪਹੁੰਚਦੀ ਹੈ ਤਾਂ ਬੈਟਰੀ ਦਾ ਨੈਗੇਟਿਵ ਟਰਮੀਨਲ ਉਹਨੂੰ ਇਲੈਕਟ੍ਰੋਨ ਪ੍ਰੋਵਾਈਡ ਕਰਦਾ ਹੈ, ਉਹ ਨਿਊਟਰਲਾਈਜ਼ ਹੁੰਦੀ ਹੈ, ਠੀਕ ਹੈ। ਅਤੇ ਇਸੇ ਤਰ੍ਹਾਂ ਹੀ ਜਦੋਂ ਇੱਧਰ ਇਲੈਕਟ੍ਰੋਨ ਪਹੁੰਚਦਾ ਹੈ ਤਾਂ ਉਹ ਬੈਟਰੀ ਦਾ ਪੋਜ਼ੀਟਿਵ ਟਰਮੀਨਲ ਸਵੀਪ ਕਰ ਲੈਂਦਾ ਹੈ। ਮਤਲਬ ਜਦੋਂ ਇਲੈਕਟ੍ਰੋਨ ਹੋਲ ਰੀਕੰਬੀਨੇਸ਼ਨ ਹੁੰਦਾ ਹੈ ਤਾਂ ਉਹਦੇ ਕਰਕੇ એનર્ਜੀ ਜਿਹੜੀ ਹੈ ਉਹ ਪ੍ਰੋਡਿਊਸ ਹੁੰਦੀ ਹੈ। ਤਾਂ ਔਨ ਰੀਕੰਬੀਨੇਸ਼ਨ એનર્ਜੀ ਇਜ਼ ਰਿਲੀਜ਼ਡ ਇਨ ਦਾ ਫਾਰਮ ਆਫ ਫੋਟੋਨਸ। ਤੇ ਜਿਵੇਂ ਜਿਵੇਂ ਫਾਰਵਰਡ ਕਰੰਟ ਇਨਕਰੀਜ਼ ਹੋਏਗਾ, ਐਜ਼ ਦਾ ਫਾਰਵਰਡ ਕਰੰਟ ਇਨਕਰੀਜ਼ਿਜ਼, ਇੰਟੈਂਸਿਟੀ ਆਫ ਲਾਈਟ ਆਲਸੋ ਇਨਕਰੀਜ਼ਿਜ਼ ਐਂਡ ਰੀਚਿਜ਼ ਦਾ ਮੈਕਸਿਮਮ, ਠੀਕ ਹੈ। ਤੇ ਉਸ ਤੋਂ ਬਾਅਦ ਵਿੱਚ ਤੁਸੀਂ ਵਧਾਈ ਜਾਓ ਜੀ, ਉਹਨੇ ਇਨਕਰੀਜ਼ ਨਹੀਂ ਹੋਣਾ। ਜਿਹੜੇ VI ਕਰੈਕਟਰਿਸਟਿਕਸ ਹੈ LED ਦੇ ਇਜ਼ ਸਿਮਿਲਰ ਟੂ ਸਿਲੀਕਨ ਜੰਕਸ਼ਨ ਡਾਇਓਡ, ਕਿ ਫਾਰਵਰਡ ਕਰੈਕਟਰਿਸਟਿਕਸ ਬਿਲਕੁਲ ਸੇਮ ਹੈ, ਠੀਕ ਹੈ। ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਜੀ ਕਿ ਜਿਹੜੀ ਰਿਵਰਸ ਬ੍ਰੇਕਡਾਊਨ ਵੋਲਟੇਜ ਹੈ ਨਾ ਇਹਨਾਂ ਦੀ, ਉਹ ਬਹੁਤ ਲੋ ਹੁੰਦੀ ਹੈ, ਟਿਪੀਕਲੀ ਅਰਾਊਂਡ 5 ਵੋਲਟ। ਕਿ ਇਹਨੂੰ ਰਿਵਰਸ ਵੋਲਟੇਜ ਨਹੀਂ ਲਗਾ ਦੇਣੀ ਜੀ, ਇਹਨੂੰ ਉਲਟ ਨਹੀਂ ਕਨੈਕਟ ਕਰ ਦੇਣਾ, ਰਿਵਰਸ 'ਚ ਕਨੈਕਟ ਨਹੀਂ ਕਰ ਦੇਣਾ ਵੋਲਟੇਜ ਦੇ ਨਾਲ, ਨਹੀਂ ਤਾਂ ਇਹ ਬਹੁਤ ਜਲਦੀ ਬਰਨ ਹੋ ਜਾਏਗਾ, ਠੀਕ ਹੈ। ਤੇ LEDs ਜਿਹੜੇ ਉਹ ਕਿਸ ਤਰ੍ਹਾਂ ਦੀ ਲਾਈਟ ਇਮਿਟ ਕਰਦੇ ਆ? LEDs ਰੈੱਡ, ਯੈਲੋ, ਔਰੇਂਜ, ਗ੍ਰੀਨ, ਬਲੂ ਲਾਈਟ ਇਮਿਟ ਕਰਦੇ ਆ। ਇਸ ਤਰ੍ਹਾਂ ਦੇ LEDs ਕਮਰਸ਼ਲੀ ਅਵੇਲੇਬਲ ਹੈ। ਤਾਂ ਕਿਸ ਤਰ੍ਹਾਂ ਦੇ ਮਟੀਰੀਅਲ ਯੂਜ਼ ਕੀਤੇ ਜਾਂਦੇ ਆ ਜੀ, ਇਹ ਯਾਦ ਰੱਖੋ, ਬਹੁਤ ਇੰਪੋਰਟੈਂਟ ਹੈ। ਕਹਿੰਦੇ ਇਹਦੇ ਵਿੱਚ ਗੈਲੀਅਮ ਆਰਸੇਨਾਈਡ ਫਾਸਫਾਈਡ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਤੇ ਹੋਰ ਅਸੀਂ ਯੂਜ਼ ਕਰਦੇ ਹਾਂ ਜੀ, ਫਾਰਮੂਲੇ ਡਿਫਰੈਂਟ ਹੈ, ਜਿਵੇਂ ਗੈਲੀਅਮ ਆਰਸੇਨਾਈਡ 0.6, ਫਾਸਫੋਰਸ 0.4। ਤਾਂ ਇਹ ਵਾਲਾ ਅਸੀਂ ਯੂਜ਼ ਕਰਦੇ ਹਾਂ ਤਾਂ ਇਹ ਰੈੱਡ LED ਹੈ, ਮਤਲਬ ਰੈੱਡ ਲਾਈਟ ਇਮਿਟ ਕਰਦਾ ਹੈ, ਠੀਕ ਹੈ। ਤਾਂ ਇਸੇ ਤਰੀਕੇ ਨਾਲ ਅਸੀਂ ਡਿਫਰੈਂਟ ਇਹਨਾਂ ਦੇ ਕੰਬੀਨੇਸ਼ਨਸ ਬਣਾ ਕੇ ਆਰਸੈਨਿਕ ਅਤੇ ਫਾਸਫਾਈਡ ਦੇ ਅਸੀਂ ਇਹਨਾਂ ਤੋਂ ਡਿਫਰੈਂਟ ਲਾਈਟਸ ਜਿਹੜੀ ਹੈ ਉਹ ਇਮਿਟ ਕਰਵਾ ਸਕਦੇ ਹਾਂ, ਠੀਕ ਹੈ। ਮੇਨਲੀ ਮਤਲਬ ਗੈਲੀਅਮ ਆਰਸੇਨਾਈਡ ਫਾਸਫਾਈਡ ਜਾਂ ਗੈਲੀਅਮ ਆਰਸੇਨਾਈਡ ਮਟੀਰੀਅਲਸ ਹੈ। ਹੁਣ ਇਹਨਾਂ ਦੇ ਯੂਜ਼ ਕੀ ਹੈ ਜੀ? ਯੂਜ਼ ਬਹੁਤ ਇੰਪੋਰਟੈਂਟ ਹੈ ਕਿ ਰਿਮੋਟ ਕੰਟਰੋਲਸ ਵਿੱਚ ਯੂਜ਼ ਹੁੰਦੇ ਆ, ਬਰਗਲਰ ਅਲਾਰਮ ਸਿਸਟਮਸ ਦੇ ਵਿੱਚ ਯੂਜ਼ ਹੁੰਦੇ ਆ, ਆਪਟੀਕਲ ਕਮਿਊਨੀਕੇਸ਼ਨਸ ਦੇ ਵਿੱਚ ਯੂਜ਼ ਹੁੰਦੇ ਆ, ਠੀਕ ਹੈ। ਦੇਖੋ ਬੁੱਕ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਲਾਈਨ ਲਿਖੀ ਹੈ ਕਿ ਐਕਸਟੈਂਸਿਵ ਰਿਸਰਚ ਇਜ਼ ਬੀਇੰਗ ਡਨ ਫॉर ਡਿਵੈਲਪਮੈਂਟ ਆਫ LEDs ਵਿਚ ਕੈਨ ਰਿਪਲੇਸ ਇਨਕੈਂਡੈਸੈਂਟ ਲੈਂਪਸ। ਕਿ ਜਿਹੜੇ ਅਸੀਂ ਲੈਂਪਸ ਯੂਜ਼ ਕਰਦੇ ਹਾਂ, ਲਾਈਟਸ ਯੂਜ਼ ਕਰਦੇ ਹਾਂ, ਕਿ ਰਿਸਰਚ ਕਹਿੰਦੇ ਚੱਲ ਰਹੀ ਹੈ। ਬਟ ਦੇਖੋ ਬੁੱਕ ਦੇ ਵਿੱਚ ਬਹੁਤ ਪੁਰਾਣਾ ਲਿਖਿਆ ਹੋਇਆ ਹੈ, ਹੈ ਨਾ। ਅੱਜ ਕੱਲ੍ਹ ਤਾਂ ਸਾਡੇ ਕੋਲ ਇਹ ਅਵੇਲੇਬਲ ਹੈ ਮਾਰਕੀਟ ਦੇ ਵਿੱਚ, ਸਾਡੇ ਘਰਾਂ ਦੇ ਵਿੱਚ LED ਬਲਬ ਲੱਗੇ ਹੋਏ ਹੈ, ਠੀਕ ਹੈ। ਉਹ ਕਹਿੰਦੇ ਵੀ ਅਸੀਂ ਲੈਂਪਸ ਨੂੰ ਰਿਪਲੇਸ ਕਰ ਸਕੀਏ ਤਾਂ ਆਲਰੇਡੀ ਰਿਪਲੇਸਡ, ਠੀਕ ਹੈ, ਟੈਕਨੋਲੋਜੀ ਹੈਜ਼ ਅਰਾਈਵਡ।
ਤੇ ਉਸ ਤੋਂ ਬਾਅਦ 'ਚ ਜੀ ਇਹਨਾਂ ਦੇ ਐਡਵਾਂਟੇਜ ਕੀ ਹੈ ਕਿ ਅਸੀਂ LED ਯੂਜ਼ ਕਰੀਏ। ਘਰਾਂ ਵਿੱਚ ਅਸੀਂ ਕਿਉਂ LED ਬਲਬ ਯੂਜ਼ ਕਰਦੇ ਹਾਂ? ਕਿਉਂਕਿ ਉਹ ਬਹੁਤ ਘੱਟ ਵੋਲਟੇਜ ਯੂਜ਼ ਕਰਦੇ ਆ, ਲੋ ਆਪਰੇਸ਼ਨਲ ਵੋਲਟੇਜ ਐਂਡ ਲੈਸ ਪਾਵਰ ਕੰਜ਼ਿਊਮਡ, ਤੇ ਸਾਡਾ ਬਿੱਲ ਘੱਟ ਆਉਂਦਾ ਜੀ। ਠੀਕ ਹੈ, ਲਾਈਟ ਸਾਨੂੰ ਪ੍ਰੋਪਰ ਮਿਲ ਰਹੀ ਹੈ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜਾ ਪਹਿਲਾਂ 100 ਵਾਟ ਦਾ ਬਲਬ ਹੁੰਦਾ ਸੀ ਜਿਹਦੀ ਯੈਲੋ ਕਲਰ ਦੀ ਲਾਈਟ ਹੁੰਦੀ ਸੀ, ਫਿਰ ਉਹਦੀ ਜਗ੍ਹਾ ਤੇ ਅਸੀਂ ਕਹਿੰਦੇ ਹਾਂ ਜੀ 40 ਵਾਟ ਦਾ CFL ਲਗਾ ਦਿਓ, ਉਹ ਬਰਾਬਰ ਲਾਈਟ ਦਿੰਦਾ। ਠੀਕ ਹੈ, ਬਟ CFL ਦੇ ਦੇਖੇ ਅਸੀਂ ਬਹੁਤ ਜ਼ਿਆਦਾ ਨੁਕਸਾਨ ਹੈ, ਕਿਉਂਕਿ ਜਦੋਂ ਉਹਨੂੰ ਡਿਸਪੋਜ਼ ਕਰਦੇ ਹਾਂ ਉਹਦੇ ਵਿੱਚ ਮਰਕਰੀ ਹੁੰਦਾ, ਤਾਂ ਉਹ ਸਾਡੇ ਜਿਹੜੇ ਇਨਵਾਇਰਮੈਂਟ ਨੂੰ ਉਹ ਪੋਇਜ਼ਨਸ ਬਣਾ ਰਿਹਾ ਸੀ। ਤਾਂ ਇਸੇ ਲਈ ਦੇਖੋ CFL ਬੜੀ ਜਲਦੀ ਖਤਮ ਹੋ ਗਏ। ਠੀਕ ਹੈ, CFL ਅਸੀਂ ਸਿਰਫ ਇਲੈਕਟ੍ਰਿਸਿਟੀ ਬਚਾਉਣ ਲਈ ਯੂਜ਼ ਕਰ ਰਹੇ ਸੀ, ਬਟ CFL ਦੇ ਨੁਕਸਾਨ ਬਹੁਤ ਜ਼ਿਆਦਾ ਸੀ। ਤਾਂ ਹੁਣ CFL ਦੀ ਜਗ੍ਹਾ 'ਤੇ ਕੀ ਆ ਗਏ ਜੀ LED। ਤਾਂ LED ਦਾ ਕੋਈ ਨੁਕਸਾਨ ਵੀ ਨਹੀਂ ਹੈ, ਅਤੇ LED ਉਸ ਤੋਂ ਵੀ ਘੱਟ ਪਾਵਰ ਖਾਂਦੇ ਆ ਜੀ। ਇੱਕ 12 ਵਾਟ ਦਾ 10-12 ਵਾਟ ਦਾ ਜੋ LED ਹੈ ਉਹ ਸਾਨੂੰ ਇੱਕ ਟਿਊਬ ਲਾਈਟ ਦੇ ਬਰਾਬਰ ਲਾਈਟ ਦਿੰਦਾ। ਠੀਕ ਹੈ, ਜੋ ਕਿ 40 ਵਾਟ ਕੰਜ਼ਿਊਮ ਕਰਦੀ ਹੈ। ਜਾਂ ਉਹ ਪਹਿਲਾਂ 100 ਵਾਟ ਦਾ ਬਲਬ ਯੂਜ਼ ਕਰਦੇ ਸੀ ਅਸੀਂ, ਯੈਲੋ ਕਲਰ ਦੀ ਲਾਈਟ ਵਾਲਾ, ਜਿਹਨੂੰ ਇਨਕੈਂਡੈਸੈਂਟ ਲੈਂਪਸ ਕਹਿੰਦੇ ਸੀ। ਫਾਸਟ ਐਕਸ਼ਨ ਜੀ, ਨੋ ਵਾਰਮ ਅਪ ਟਾਈਮ ਰਿਕੁਆਇਰਡ, ਗਰਮ ਨਹੀਂ ਹੋਣਾ ਪੈਂਦਾ ਇਹਨੂੰ, ਬੜੀ ਜਲਦੀ ਚੱਲਦਾ ਜੀ। ਠੀਕ ਹੈ, ਤਾਂ ਪਹਿਲਾਂ ਅਸੀਂ ਦੇਖੋ ਟਿਊਬ ਲਾਈਟਸ ਵੀ ਯੂਜ਼ ਕਰਦੇ ਸੀ, ਉਹ ਬਲਿੰਕ ਕਰਕੇ ਚੱਲਦੀਆਂ ਸੀ, ਤਾਂ ਇਹਦੇ ਵਿੱਚ ਕੋਈ ਬਲਿੰਕਿੰਗ ਵੀ ਨਹੀਂ ਹੈ। CFL ਵੀ ਥੋੜ੍ਹਾ ਜਿਹਾ ਬਲਿੰਕ ਕਰਦਾ ਸੀ। ਠੀਕ ਹੈ ਜੀ, ਲੌਂਗ ਲਾਈਫ ਐਂਡ ਰਗਡਨੈਸ, ਮਤਲਬ ਇਹਨਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਲੌਂਗ ਲਾਈਫ ਵਾਸਤੇ। ਤਾਂ ਦੇਖੋ ਮਾਰਕੀਟ ਦੇ ਵਿੱਚ ਤੁਸੀਂ CFL ਪਰਚੇਜ਼ ਕੀਤਾ ਹੋਵੇ ਤਾਂ ਉਹਨੂੰ 1 ਸਾਲ ਦੀ ਵਾਰੰਟੀ ਦਿੰਦੇ ਸੀ। ਹੁਣ ਜੇ ਤੁਸੀਂ LED ਬਲਬ ਪਰਚੇਜ਼ ਕਰਦੇ ਹੋ ਤਾਂ 2 ਸਾਲ ਦੀ ਵਾਰੰਟੀ ਨਾਲ ਹੀ ਸਟਾਰਟ ਹੋ ਰਹੀ ਹੈ। ਫਾਸਟ ਔਨ ਆਫ ਸਵਿਚਿੰਗ ਕੈਪੇਬਿਲਿਟੀ, ਕਿ ਇਹਦੇ ਵਿੱਚ ਜਿਹੜੀ ਫਾਸਟ ਔਨ ਆਫ ਸਵਿਚਿੰਗ ਕੈਪੇਬਿਲਿਟੀ ਹੈ ਕਿ ਬਹੁਤ ਜਲਦੀ ਸਵਿਚ ਔਨ ਹੁੰਦਾ ਅਤੇ ਬਹੁਤ ਜਲਦੀ ਆਫ ਹੁੰਦਾ। ਚਲੋ ਇਸ ਨੂੰ ਅਸੀਂ ਡਿਟੈਕਟ ਨਹੀਂ ਕਰ ਪਾਉਂਦੇ ਆਪਣੀ ਆਈਜ਼ ਨਾਲ, ਤਾਂ ਦੈਟ ਇਜ਼ ਸੈਪਰੇਟ ਇਸ਼ੂ। ਅਤੇ ਇਸ ਦਾ ਸਿੰਬਲ ਜੇ ਦੇਖੋ ਹੈ ਤਾਂ PN ਜੰਕਸ਼ਨ ਡਾਇਓਡ ਹੀ, ਤਾਂ ਇੱਕ ਟ੍ਰਾਇੰਗਲ ਅਤੇ ਇੱਕ ਲਾਈਨ ਤਾਂ ਹੋਏਗੀ। ਠੀਕ ਹੈ, ਕਿਉਂਕਿ ਇਹ ਲਾਈਟ ਦੇ ਰਿਹਾ ਤਾਂ ਫੋਟੋ ਡਾਇਓਡ ਨਾਲੋਂ ਓਪੋਜ਼ਿਟ ਐਰੋ ਬਾਹਰ ਨੂੰ, ਫੋਟੋ ਡਾਇਓਡ ਦੇ ਵਿੱਚ ਐਰੋ ਅੰਦਰ ਨੂੰ ਸੀਗਾ। ਠੀਕ ਹੈ, ਲੋ ਜੀ ਲਾਸਟ ਟੌਪਿਕ ਹੈ ਜੀ ਇਸ ਚੈਪਟਰ ਦਾ ਸਾਡੇ ਕੋਲ ਸੋਲਰ ਸੈੱਲ। ਸੋਲਰ ਸੈੱਲ ਤੁਸੀਂ ਸਾਰਿਆਂ ਨੇ ਘਰਾਂ ਦੀਆਂ ਛੱਤਾਂ 'ਤੇ ਵੱਡੇ ਵੱਡੇ ਪੈਨਲ ਲੱਗੇ ਦੇਖੇ ਹੋਣਗੇ। ਗੌਰਮੈਂਟ ਜਿਹੜੀ ਆ ਉਹ ਸਾਨੂੰ ਇੱਕ ਆਪਸ਼ਨ ਦੇ ਰਹੀ ਹੈ ਕਿ ਆਪਣੇ ਘਰਾਂ ਦੀ ਛੱਤਾਂ ਦੇ ਉੱਪਰ ਸੋਲਰ ਸੈੱਲ ਲਗਵਾ ਲਓ, ਜਿਹਦੇ ਨਾਲ ਇਲੈਕਟ੍ਰਿਸਿਟੀ ਪ੍ਰੋਡਿਊਸ ਹੋਏਗੀ। ਉਹ ਸਿੱਧੀ ਤੁਹਾਡੇ ਮੀਟਰ ਦੇ ਵਿੱਚ ਜਾਏਗੀ ਅਤੇ ਉੱਥੋਂ ਇਲੈਕਟ੍ਰਿਸਿਟੀ ਡਿਪਾਰਟਮੈਂਟ ਵਾਲਿਆਂ ਕੋਲ ਉਹ ਕਾਊਂਟ ਕਰਦੇ ਵੀ ਤੁਸੀਂ ਕਿੰਨੇ ਯੂਨਿਟ ਪ੍ਰੋਡਿਊਸ ਕੀਤੇ, ਤੁਸੀਂ ਕਿੰਨੇ ਕੰਜ਼ਿਊਮ ਕੀਤੇ। ਠੀਕ ਹੈ, ਇਹਨੂੰ ਔਨ ਗ੍ਰਿਡ ਮੀਟਰਿੰਗ ਸਿਸਟਮ ਕਹਿੰਦੇ ਆ, ਜਿਹਦੇ ਵਿੱਚ ਸੋਲਰ ਸੈੱਲ ਯੂਜ਼ ਹੁੰਦੇ ਆ। ਨਹੀਂ ਤਾਂ ਇਹ ਪੈਨਲ ਲੱਗੇ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਦੇਖੇ ਹੋਣਗੇ। ਠੀਕ ਹੈ, ਤਾਂ ਸੋਲਰ ਸੈੱਲ ਕੀ ਹੈ ਜੀ? ਦੇਖੋ ਇੱਕ PN ਜੰਕਸ਼ਨ ਡਾਇਓਡ ਹੈ। ਫਿਰ ਅਸੀਂ ਕਿਉਂਕਿ ਸਾਰੇ PN ਜੰਕਸ਼ਨ ਡਾਇਓਡ ਦੇ ਹੀ ਯੂਜ਼ ਕਰ ਰਹੇ ਹਾਂ, ਤਾਂ ਇਟ ਇਜ਼ PN ਜੰਕਸ਼ਨ ਡਾਇਓਡ ਵਿਚ ਜਨਰੇਟਸ EMF ਵੈਨ ਸੋਲਰ ਰੇਡੀਏਸ਼ਨ ਫਾਲਸ ਔਨ ਦਾ PN ਜੰਕਸ਼ਨ। ਕਿ ਇਹਨੂੰ ਜਦੋਂ ਇਹਦੇ ਉੱਪਰ ਮਤਲਬ ਲਾਈਟ ਫਾਲ ਕਰਦੀ ਹੈ ਤਾਂ ਇੱਕ EMF ਕ੍ਰੀਏਟ ਹੁੰਦੀ ਹੈ। ਦੇਖੋ ਨਾ ਤਾਂ ਅਸੀਂ ਇਸ ਨੂੰ ਫਾਰਵਰਡ ਬਾਇਸ ਕਰਨਾ ਹੈ ਜੀ, ਨਾ ਹੀ ਰਿਵਰਸ ਬਾਇਸ ਕਰਨਾ ਹੈ। ਠੀਕ ਹੈ, ਇਹਨੇ ਸਾਨੂੰ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਕੇ ਦੇਣੀ ਹੈ, ਇਹਨੂੰ ਦੇਣੀ ਨਹੀਂ ਅਸੀਂ ਇਲੈਕਟ੍ਰਿਸਿਟੀ। ਯਾਦ ਰੱਖੋ, ਦੇਖੋ ਇਹਦੇ ਸਰਕਟ ਦੇ ਵਿੱਚ ਇਹ P ਹੈ, ਇਹ N ਹੈ, ਇਹਦੇ ਉੱਪਰ ਲਾਈਟ ਫਾਲ ਕਰ ਰਹੀ ਹੈ। ਠੀਕ ਹੈ, ਇਹਨੂੰ ਅਸੀਂ ਫਾਰਵਰਡ ਬਾਇਸ ਜਾਂ ਰਿਵਰਸ ਬਾਇਸ ਨਹੀਂ ਕਰ ਦੇਣਾ। ਦੇਖੋ ਬਿਲਕੁਲ ਸਿੰਪਲ ਹੈ, ਸਾਡੇ ਕੋਲ 3 ਟੌਪਿਕ ਹੈ ਜੀ। ਠੀਕ ਹੈ, ਅਸੀਂ ਫੋਟੋ ਡਾਇਓਡ ਕੀਤੇ ਰਿਵਰਸ ਬਾਇਸ, ਫਿਰ ਅਸੀਂ LED ਫਾਰਵਰਡ ਬਾਇਸ, ਅਤੇ ਹੁਣ ਜਿਹੜਾ ਸੋਲਰ ਸੈੱਲ ਹੈ ਇਸ ਨੂੰ ਅਸੀਂ ਕਿਸੇ ਪਾਸੇ ਵੀ ਬਾਇਸ ਨਹੀਂ ਕਰਨਾ। ਬਟ ਇਹਦਾ ਪ੍ਰਿੰਸੀਪਲ ਉਹੀ ਹੈ ਜੋ ਫੋਟੋ ਡਾਇਓਡ ਦੇ ਵਿੱਚ ਸੀਗਾ। ਲਾਈਟ ਪੈ ਰਹੀ ਹੈ ਨਾ ਕਿਉਂਕਿ ਇਹਦੇ ਉੱਪਰ ਵੀ। ਇਟ ਵਰਕਸ ਔਨ ਦਾ ਸੇਮ ਪ੍ਰਿੰਸੀਪਲ ਆਫ ਫੋਟੋ ਵੋਲਟਾਇਕ ਇਫੈਕਟ ਐਜ਼ ਫੋਟੋ ਡਾਇਓਡ ਐਕਸੈਪਟ ਦੈਟ ਵੀ ਕੀ ਫਰਕ ਹੈ? no external bias is applied and junction area is kept much large for solar radiation to be strike on it। ਕਿ ਇਹਦੇ ਵਿੱਚ ਕੀ ਡਿਫਰੈਂਸ ਹੈ ਜੀ? ਇੱਕ ਤਾਂ ਅਸੀਂ ਬਾਇਸ ਨਹੀਂ ਕਰਨਾ ਜੀ, no bias। ਦੂਸਰਾ ਕੀ ਕਰਨਾ ਹੈ ਕਿ ਜੋ ਜੰਕਸ਼ਨ ਏਰੀਆ ਹੈ ਉਸ ਨੂੰ ਅਸੀਂ ਉਹਦੇ ਉੱਪਰ ਲਾਈਟ ਫਾਲ ਕਰਵਾਉਣੀ ਹੈ, ਅਤੇ ਇਜ਼ ਮਸਟ ਬੀ ਕੈਪਟ ਲਾਰਜ ਫॉर ਸੋਲਰ ਰੇਡੀਏਸ਼ਨ, ਕਿ ਉਹਦੇ ਉੱਪਰ ਲਾਈਟ ਜਿਹੜੀ ਹੈ ਫਾਲ ਕਰੇ। ਤਾਂ ਦੇਖੋ ਇਹ ਅਸੀਂ ਸਾਰਾ ਸ਼ੋ ਕੀਤਾ ਜੀ। ਇਹ P ਟਾਈਪ ਹੈ ਨੀਚੇ, ਇਹਦੇ ਉੱਪਰ N ਟਾਈਪ ਹੈ, ਨੀਚੇ ਮੈਟਲ ਕੰਟੈਕਟ ਹੈ, ਤੇ ਉੱਪਰ ਵੀ ਇੱਕ ਛੋਟਾ ਜਿਹਾ ਮੈਟਲ ਕੰਟੈਕਟ ਸ਼ੋ ਕੀਤਾ। ਬਾਕੀ ਸਾਰੇ ਦੇ ਉੱਪਰ ਲਾਈਟ ਫਾਲ ਕਰ ਰਹੀ ਹੈ ਜਿੱਥੇ P ਤੇ N ਕੰਬਾਈਨ ਹੁੰਦੇ ਆ। ਠੀਕ ਹੈ, ਇੱਧਰ ਨਹੀਂ ਲਾਈਟ ਫਾਲ ਕਰਵਾਉਣੀਗੀ, ਜਿਸ ਸਾਈਡ ਤੇ P ਤੇ N ਆਪਸ ਦੇ ਵਿੱਚ ਜੁਆਇਨ ਕਰਦੇ ਆ ਅਸੀਂ ਉੱਥੇ ਲਾਈਟ ਜਿਹੜੀ ਹੈ ਫਾਲ ਕਰਵਾਉਣੀ ਹੈ। ਠੀਕ ਹੈ, ਤਾਂ ਕੀ ਹੁੰਦਾ ਜਿਹਦੇ ਵਿੱਚ ਕਹਿੰਦਾ ਇੱਕ P ਟਾਈਪ ਦਾ ਸਿਲੀਕੋਨ ਵੇਫਰ ਹੈ 300 ਮਾਈਕਰੋਮੀਟਰ ਦਾ, ਅਤੇ ਇਸੇ ਤਰੀਕੇ ਨਾਲ ਉਹਦੇ ਉੱਪਰ ਅਸੀਂ ਇੱਕ N ਟਾਈਪ ਸਿਲੀਕੋਨ ਜਿਹੜਾ ਗਰੋ ਕਰਦੇ ਹਾਂ, ਅਤੇ ਫਿਰ ਉਹਦੇ ਵਿੱਚ ਜਿਹੜਾ ਡਿਫਿਊਜ਼ਨ ਪ੍ਰੋਸੈਸ ਸਟਾਰਟ ਹੁੰਦਾ ਤਾਂ ਉਹ PN ਜੰਕਸ਼ਨ ਬਣ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਸੀ, ਅਤੇ ਉਹਦੇ ਵਿੱਚ ਮੈਟਲ ਫਿੰਗਰ ਇਲੈਕਟ੍ਰੋਡਸ ਲਗਾਏ ਜਾਂਦੇ ਆ।
ठीक है, कॉन्टैक्ट करने लई ताकि जो करंट है ਅਸੀਂ ਉਹਦੇ ਤੋਂ ਲੈ ਸਕੀਏ। ठीक है, ਤੇ ਇਹਦੇ ਵਿੱਚ ਜੀ 3 ਬੇਸਿਕ ਪ੍ਰੋਸੈਸ ਹੈ ਜਿਹੜੇ ਸਮਝਣ ਵਾਲੇ ਆ। 3 ਬੇਸਿਕ ਪ੍ਰੋਸੈਸ, ਉਹ ਪ੍ਰੋਸੈਸ ਕਿਹੜੇ-ਕਿਹੜੇ ਆ ਜੀ? ਉਹ ਪ੍ਰੋਸੈਸ ਹੈ ਇੱਕ ਤਾਂ ਜਨਰੇਸ਼ਨ ਕਿ ਚਾਰਜ ਕੈਰੀਅਰਸ ਇਹਦੇ ਵਿੱਚ ਜਨਰੇਟ ਹੋਣਗੇ, ਦੂਜਾ ਸੈਪਰੇਸ਼ਨ ਕਿ ਉਹ ਸੈਪਰੇਟ ਹੋਣਗੇ, ਤੇ ਤੀਜਾ ਕਲੈਕਸ਼ਨ ਕਿ ਉਹ ਉਹਨਾਂ ਨੂੰ ਕਲੈਕਟ ਕਰਕੇ ਤੇ ਉਹਦੇ ਵਿੱਚ EMF ਡਿਵੈਲਪ ਹੋਏਗੀ, ਫਿਰ ਅਸੀਂ ਉਸ ਨੂੰ ਯੂਜ਼ ਕਰ ਸਕੀਏ। ਠੀਕ ਹੈ, ਐਕਸਟਰਨਲ ਸਰਕਟ ਕੀ ਅਸੀਂ ਉਹਦੇ ਤੋਂ ਕੀ ਚਲਾਉਣਾ ਹੈ ਜੀ, ਉਹਦੇ ਤੋਂ ਲੈਂਪ ਚਲਾਉਣਾ ਹੈ, ਉਹਦੇ ਤੋਂ ਕੋਈ ਅਸੀਂ ਫੈਨ ਚਲਾਉਣਾ ਹੈ। ठीक है, या उस इलैक्ट्रिसिटी ਨੂੰ ਅਸੀਂ ਸਟੋਰ ਹੀ ਕਰਨਾ बैटरी ਦੇ ਵਿੱਚ। तो सब तो पहले जी जनरेशन ऑफ इलैक्ट्रॉन होल पेयर, ये किवें होएगी कि जो भी लाइट फॉल करेगी कि इलैक्ट्रॉन होल पेयर क्रिएट होएगा जो एनर्जी फॉल करेगी एच न्यू ग्रेटर दैन बैंड गैप। ठीक है, क्लोज टू द जंक्शन। फिर जी वो ਜਿਹੜੇ ਇਲੈਕਟ੍ਰੋਨ ਤੇ ਹੋਲਸ ਹੈ ਜਿਹੜਾ ਉਹਦੇ ਵਿੱਚ ਇਲੈਕਟ੍ਰਿਕ ਫੀਲਡ ਕ੍ਰੀਏਟ ਹੋਇਆ ਡਿਪਲੀਸ਼ਨ ਰੀਜਨ ਕਰਕੇ, ਉਹਦੇ ਕਰਕੇ ਉਹ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਸਟਾਰਟ ਕਰਨਗੇ। ਠੀਕ ਹੈ, ਤਾਂ ਇਲੈਕਟ੍ਰੋਨਸ ਆਰ ਸਵੈਪਟ ਬਾਈ ਦਾ ਐਨ ਸਾਈਡ ਐਂਡ ਹੋਲਸ ਟੂ ਦਾ ਪੀ ਸਾਈਡ। ਠੀਕ ਹੈ, ਜਿਹੜੇ ਇਲੈਕਟ੍ਰੋਨਸ ਹੈ ਉਹ ਐਨ ਸਾਈਡ ਤੇ ਜਾਣਗੇ ਤੇ ਹੋਲਸ ਜਿਹੜੀਆਂ ਉਹ ਪੀ ਸਾਈਡ ਤੇ ਜਾਣਗੀਆਂ। ਤਾਂ ਇਲੈਕਟ੍ਰੋਨ ਰੀਚਿੰਗ ਦਾ ਐਨ ਸਾਈਡ ਆਰ ਕਲੈਕਟਡ ਬਾਈ ਦਾ ਫਰੰਟ ਕੰਟੈਕਟ ਕਿ ਜੋ ਅਸੀਂ ਕੰਟੈਕਟ ਲਗਾਇਆ ਰੀਚਿੰਗ ਦਾ ਪੀ ਸਾਈਡ, होल्स रीचिंग द पी साइड आर कलैक्टेड बाय द बैक कॉन्टैक्ट कि ਅਸੀਂ 2 कॉन्टैक्ट लगाए हैं, एक फ्रंट कॉन्टैक्ट ਤੇ एक बैक कॉन्टैक्ट। ठीक है, तो ਕੀ ਕਰਦੇ ਆ ਕਿ ਇਹਨਾਂ ਚਾਰਜ ਕੈਰੀਅਰਸ ਨੂੰ ਕਲੈਕਟ ਕਰਦੇ ਆ, ਤਾਂ ਉਹਦੇ ਕਰਕੇ ਇਹਦੇ ਵਿੱਚ ਇੱਕ ਸਾਈਡ ਤੇ ਜਦੋਂ ਇਲੈਕਟ੍ਰੋਨ ਕਮੂਲੇਟ ਹੋਈ ਜਾਣਗੇ ਦੂਸਰੀ ਸਾਈਡ ਤੇ ਹੋਲਸ ਕਮੂਲੇਟ ਹੋਈ ਜਾਣਗੀਆਂ ਤੇ ਇਹਦੇ ਵਿੱਚ ਇੱਕ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਹੋ ਜਾਏਗਾ। ਠੀਕ ਹੈ, thus p side becomes positive and n side becomes negative, give rise to photo voltage। ਜਾਂ ਤੁਸੀਂ ਸਿੰਪਲ ਲੈਂਗੁਏਜ ਦੇ ਵਿੱਚ ਜੇ ਇਹਨੂੰ ਸਮਝਣਾ ਹੋਵੇ तो ये है कि जो ये इलैक्ट्रॉन होल पेयर क्रिएट होता है, ठीक है, लाइट करके पी साइड ते नैगेटिवली चार्जड एक्सेप्टर आयन्स है ते एन साइड ते पॉजिटिवली चार्जड डोनर आयन्स है। ठीक है, तो इलैक्ट्रॉन्स ने किहड़े पासे वल मूव करना है, इस पॉजिटिव वाले पासे मतलब एन वाले पासे, ते होल्स ने किहड़े पासे मूव करना है मतलब पी वाले पासे। चार्ज कैरियर्स लिबरेट हो रहे हैं जी, ਅਸੀਂ ਦੋਨੋਂ ਸਾਈਡਸ ਨੂੰ ਕੰਟੈਕਟ ਕਰ ਰਹੇ ਹਾਂ। ਠੀਕ ਹੈ, ਜੇ ਅਸੀਂ ਕਾਪਰ ਦੀ ਵਾਇਰ ਨਾਲ ਹੀ ਕੰਟੈਕਟ ਕਰਦੀ ਤਾਂ ਉਸ ਨੂੰ ਕਹਿੰਦੇ ਸ਼ਾਰਟ ਸਰਕਟ ਹੋ ਗਿਆ ਜੀ। ਬਟ ਕਿਉਂਕਿ ਚਾਰਜ ਕੈਰੀਅਰਸ ਪ੍ਰੋਡਿਊਸ ਹੋ ਰਹੇ ਤਾਂ ਦੋਨੋਂ ਸਾਈਡ ਤੇ ਇੱਕ EMF ਡਿਵੈਲਪ ਹੋ ਰਹੀ ਹੈ, ਇੱਕ ਸਾਈਡ ਤੇ ਪੋਜ਼ਿਟਿਵ ਇੱਕ ਸਾਈਡ ਤੇ ਨੈਗੇਟਿਵ। ਜਦੋਂ ਅਸੀਂ ਉਹਨੂੰ ਕੰਟੈਕਟ ਕਰਾਂਗੇ ਜੀ ਕਿਸੇ ਕੰਡਕਟਰ ਦੇ ਨਾਲ ਕਿਸੇ ਡਿਵਾਈਸ ਦੇ ਥਰੂ ਤਾਂ ਉਹਦੇ ਵਿੱਚ ਕਰੰਟ ਫਲੋ ਕਰੇਗਾ। ਠੀਕ ਹੈ, ਤਾਂ ਹੁਣ ਅਸੀਂ ਇਹਦੇ IV ਕਰੈਕਟਰਿਸਟਿਕਸ ਸਮਝਦੇ ਹਾਂ ਜੀ। ਕਰੰਟ ਵੋਲਟੇਜ ਕਰੈਕਟਰਿਸਟਿਕਸ ਕੀ ਹੈ ਇਹਦੇ? देखो कि बड़ा डिफरेंट ग्राफ बनाया होया है करंट वोल्टेज करैक्टरिस्टिक्स का कि जो वोल्टेज प्रोड्यूस होंदी है करंट नूं नैगेटिव साइड ते शो किया गया क्योंकि करंट इस दे विच असीं नहीं फ्लो करवा रहे। ठीक है, ये करंट सानूं दे रहा है, इसलिए असीं ओपोजिट डायरैक्शन दे विच शो करते हैं। इस तरह का ग्राफ बनता जी इसका मतलब जो करंट मैक्सिमम है तो उदों वोल्टेज 0 है, शॉर्ट सर्किट जिसनूं असीं कह दिंदे हां, मतलब इत्थे तुसीं रजिस्टेंस लगाया ही नहीं, डायरैक्ट वायर नाल कनैक्ट करता, करंट मैक्सिमम होएगा, रजिस्टेंस है ही नहीं। ठीक है ना, तो उदों इत्थे असीं जी, तो जो असीं सर्किट ही नहीं ज्वाइन किया जी, ओपन सर्किट है, तो इनके एंड्स दे विच मैक्सिमम पोटेंशियल डिफरेंस होएगा। ठीक है, तो फिर जिस तरह का असीं रजिस्टेंस इहदे विच लगावांगे उस तरह का करंट इहदे विच होएगा। इन्ना करंट है जां इन्नी वोल्टेज ते इन्ना करंट है, दैट डिपेंड्स। समझ लगी जी? इहदे विच भी गैलियम आर्सेनाइड यूज़ हो जाता है जिंदा बैंड गैप 1.43 इलैक्ट्रॉन वोल्ट है, या कैडमियम का कुछ कंपाउंड है CDTE। TE की होंदा तुहानूं पता है किहड़ा एलीमेंट है? TE इज़ टेलूरियम, या यूज़ हो रहा है जी CuInSe2। Se इज़ सेलेनियम, टेलूरियम का एटॉमिक नंबर है 52, सेलेनियम 34। तो हुण इंपॉर्टेंट क्राइटेरिया की है सिलैक्शन ऑफ मटीरियल्स लई? इंपॉर्टेंट क्राइटेरिया है जी बैंड गैप। पहली गल तो कि बैंड गैप घट होना चाहिए, दूसरी हाई ऑप्टिकल एब्जॉर्प्शन होनी चाहिए, मटीरियल इहो जिहा होवे जिंदी हाई ऑप्टिकल एब्जॉर्प्शन होवे। ते तीसरी असीं ये भी चीज़ देखनी है कि साडे कोले किस तरह के रॉ मटीरियल्स अवेलेबल है। ठीक है, उसकी कॉस्ट की है, तो असीं सारा कुछ देखते हैं जी। ठीक है, तो एक बड़ा इंपॉर्टेंट नोट इत्थे दिता गया है, ये समझने वाली गल है कि सनलाइट इज़ ऑलवेज नॉट रिक्वायर्ड, कि हमेशा सनलाइट नहीं चाहिए होंगी। साडे ये वहम है जी कि सनलाइट चाहिए होएगी हमेशा, सोलर सैल लई लाइट चाहिए होंगी है। देखो जस्ट
ठीक है। जे सन नहीं भी है ना किसी डे ते तो ब्राइट तो है ना, तो कुछ लाइट तो है ना उसकी, भावें क्लाउड्स के थ्रू आ रही है। तो एनी लाइट विद फोटोन एनर्जीज ग्रेटर दैन द बैंड गैप विल डू। मतलब जे असीं उहनूं रूम दे विच भी रख लांगे ना, जिहड़ी साडी ट्यूबलाइट तो भी लाइट पै रही है, तो दैट ऑल्सो मे जनरेट इलैक्ट्रॉन होल पेयर्स। ठीक है। तो इन्हां दे बड़े इंपॉर्टेंट यूज़ है जी कि ਅਸੀਂ ਇਹਨਾਂ ਨੂੰ ਸੈਟੇਲਾਈਟਸ ਦੇ ਵਿੱਚ ਯੂਜ਼ ਕਰਦੇ ਹਾਂ ਕਿ ਉੱਥੇ ਅਸੀਂ એનર્ਜੀ ਕ੍ਰੀਏਟ ਨਹੀਂ ਕਰ ਸਕਦੇ, ਜਾ ਕੇ ਬੈਟਰੀਜ਼ ਨਹੀਂ ਚੇਂਜ ਕਰ ਸਕਦੇ, ਤੇ ਅਸੀਂ ਸੋਲਰ ਸੈੱਲ ਲਗਾ ਦਿੰਦੇ ਹਾਂ ਜਿਹੜੇ ਕਿ ਉਹਦੇ ਵਿੱਚ ਕਰੰਟ ਪ੍ਰੋਡਿਊਸ ਕਰ ਰਹੇ ਆ। ਸਪੇਸ ਵਹੀਕਲਸ ਦੇ ਵਿੱਚ ਅਸੀਂ ਇਸ ਨੂੰ ਯੂਜ਼ ਕਰਦੇ ਹਾਂ। ਠੀਕ ਹੈ। ਕੈਲਕੂਲੇਟਰਸ ਦੇ ਵਿੱਚ ਯੂਜ਼ ਕਰ ਰਹੇ ਹਾਂ। ਤਾਂ ਪ੍ਰੋਡਕਸ਼ਨ ਆਫ ਲੋ ਕੋਸਟ ਫੋਟੋਵੋਲਟਾਇਕ ਸੈੱਲ, ਹੁਣ ਅਸੀਂ ਸਾਡਾ ਜਿਹੜਾ ਮੇਨ ਕੰਸਰਨ ਹੈ ਉਹ ਇਹ ਹੈ ਕਿ ਅਸੀਂ ਫੋਟੋਵੋਲਟਾਇਕ ਸੈੱਲਸ ਪ੍ਰੋਡਿਊਸ ਕਰ ਸਕੀਏ ਘੱਟ ਖਰਚੇ 'ਤੇ। ठीक है। मेन ਇਹਦੇ ਵਿੱਚ ਕੰਸਰਨ ਜਿਹੜਾ ਹੈ ਉਹ ਖਰਚੇ ਦਾ ਹੈ ਜੀ। ਬਹੁਤ ਜ਼ਿਆਦਾ ਕੋਸਟ ਲੱਗਦੀ ਹੈ ਫੋਟੋਵੋਲਟਾਇਕ ਸੈੱਲ ਨੂੰ ਬਣਾਉਣ ਤੇ ਉਹਨਾਂ ਨੂੰ ਲਗਾਉਣ ਤੇ। ਤਾਂ ਹੁਣ ਤਾਂ ਇਹਨਾਂ ਦਾ ਯੂਜ਼ ਵੈਸੇ ਬਹੁਤ ਜ਼ਿਆਦਾ ਹੋਣ ਲੱਗ ਪਿਆ। ਤੁਸੀਂ ਦੇਖਿਆ ਹੋਏਗਾ ਆਟੋ ਰਿਕਸ਼ਾਸ ਦੀ ਛੱਤ ਤੇ ਵੀ ਇਹ ਲੱਗੇ ਹੁੰਦੇ ਆ, ਪਲੇਨ ਬਣ ਰਹੇ ਆ ਜਿਨ੍ਹਾਂ ਦੇ ਉੱਪਰ ਛੱਤ ਦੇ ਉੱਪਰ ਸੋਲਰ ਸੈੱਲ ਲੱਗੇ ਹੋਏ ਆ, ਕਾਰਸ ਡਿਜ਼ਾਈਨ ਹੋ ਰਹੀਆਂ। ਠੀਕ ਹੈ। ਤੇ ਇਹਨਾਂ ਦਾ ਯੂਜ਼ ਬਹੁਤ ਜ਼ਿਆਦਾ ਕੀ ਪੁੱਛਿਆ ਜਾਂਦਾ ਹੈ। ਵੈਸੇ ਟੌਪਿਕ ਜਿਹੜੇ ਆ 1 ਜਾਂ 2 ਨੰਬਰ ਦੇ ਵਿੱਚ ਹੀ ਪੁੱਛੇ ਜਾਂਦੇ ਆ, ਜ਼ਿਆਦਾ ਲੈਂਥੀ ਕੁਐਸਚਨ ਨਹੀਂ ਆਉਂਦਾ। ਸੋਲਰ ਸੈੱਲ ਦਾ, ਫੋਟੋ ਡਾਇਓਡ ਦਾ, ਇਹਨਾਂ ਦੇ ਯੂਜ਼ ਆ ਜਾਂਦੇ ਆ, ਜਾਂ ਵਿੱਚ ਮਟੀਰੀਅਲ ਇਜ਼ ਯੂਜ਼ਡ, ਕਿਵੇਂ ਕਿਹੜੀ ਬਾਈਸਿੰਗ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚ। ਠੀਕ ਹੈ। ਤਾਂ ਕੁਛ ਇਸ ਤਰ੍ਹਾਂ ਦੇ ਛੋਟੇ ਛੋਟੇ ਕੁਐਸਚਨਸ ਆਉਂਦੇ ਆ ਇਹਨਾਂ ਦੇ ਵਿੱਚੋਂ, ਕੋਈ ਲੌਂਗ ਆਨਸਰ ਕੁਐਸਚਨ ਨਹੀਂ ਆਉਂਦਾ। ਤਾਂ ਆਈ ਹੋਪ ਕਿ ਤੁਹਾਨੂੰ ਇਹ ਟੌਪਿਕ ਜਿਹੜਾ ਹੈ ਉਹ ਸਮਝ ਲੱਗ ਗਿਆ ਹੋਏਗਾ। ਤਾਂ ਇਸ ਯੂਨਿਟ ਦਾ ਲਾਸਟ ਟੌਪਿਕ ਸੀ, ਆਈ ਥਿੰਕ ਸਿਲੇਬਸ ਦਾ ਹੀ ਲਾਸਟ ਟੌਪਿਕ ਇਸ ਸਾਲ ਦੇ ਅਕੋਰਡਿੰਗ, ਇਸ ਈਅਰ ਦੇ ਅਕੋਰਡਿੰਗ ਜੇ ਅਸੀਂ ਦੇਖੀਏ ਤਾਂ। ਸੋ ਆਲ ਦਾ ਬੈਸਟ, ਹੈਵ ਅ ਨਾਈਸ ਡੇ।